ਅੱਜ ਹਾਈ ਕਮਾਂਡ ਵੱਲੋਂ ਸਾਡੀ ਵੱਲੋਂ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਰਾਹੁਲ ਜੀ ਵੱਲੋਂ ਜੋ ਫੈਸਲੇ ਲਏ ਗਏ ਨੇ ਅਸੀਂ ਸਾਰੇ ਉਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ। ਔਰ ਜਿਸ ਦਿਨ ਬਕਾਇਦਾ ਸਾਨੂੰ ਵੋਟ ਪਾਉਣ ਵਾਸਤੇ ਕਿਹਾ ਗਿਆ ਸੀਗਾ ਕਿ ਤੁਸੀਂ ਕਿਸ ਕੈਂਡੀਡੇਟ ਨੂੰ ਪਸੰਦ ਕਰਦੇ ਹੋ, ਤਾਂ ਮੈਂ ਉਹਨਾਂ ਨੂੰ ਟੈਲੀਫੋਨ ਤੇ ਇਹ ਗੱਲ ਕਹੀ ਸੀ ਕਿ ਮੇਰੀ ਵੋਟ ਸੋਨੀਆ ਗਾਂਧੀ ਦੀ ਵੋਟ ਹੈ ਤੇ ਉਹਦਾ ਹੁਕਮ ਮੇਰੇ ਵਾਸਤੇ ਇਲਾਹੀ ਹੁਕਮ ਹੈ। ਤੁਸੀਂ ਜਿਹਨੂੰ ਮਰਜ਼ੀ ਕਰ ਦਿਓ, ਅਸੀਂ ਉਹਨੂੰ ਸਲੂਟ ਕਰਾਂਗੇ। ਔਰ ਬਕਾਇਦਾ ਉਹਨਾਂ ਨੇ ਚੰਨੀ ਸਾਹਿਬ ਨੂੰ ਆਪਣਾ ਮੁੱਖ ਮੰਤਰੀ ਦੇ ਤੌਰ ਤੇ ਆਪਣਾ ਸਾਡਾ ਲੀਡਰ ਬਣਾਇਆ, ਲੀਡਰ ਆਫ ਹਾਊਸ ਬਣਾਇਆ। ਅਸੀਂ ਉਹਨੂੰ ਸਲੂਟ ਕੀਤਾ, ਅਸੀਂ ਐਕਸੈਪਟ ਕੀਤਾ ਵੀ ਬਿਲਕੁਲ ਸਾਨੂੰ ਇਹ ਮਨਜ਼ੂਰ ਆ, ਅਸੀਂ ਇਹਦੇ ਹੱਕ 'ਚ ਹੈ ਕਿ ਚੇਂਜ ਹੁੰਦੀ ਰਹਿੰਦੀ ਹੈ। ਤੇ ਉਸ ਤੋਂ ਪਹਿਲਾਂ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹਨਾਂ ਨੇ ਲੀਡਰ ਬਣਾਇਆ ਸੀ, ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਲੂਟ ਕੀਤਾ। ਅਸੀਂ ਉਹਦੇ ਨਾਲ ਬਕਾਇਦਾ 3.25 ਸਾਲ ਮੈਂ ਵੀ ਵਜ਼ੀਰ ਰਿਹਾ, ਬਾਈ ਜੀ ਵੀ ਵਜ਼ੀਰ ਰਹੇ ਨੇ। ਔਰ ਲਾਸਟ ਦਮ ਤੱਕ ਜਦੋਂ ਤੱਕ ਹਰੀਸ਼ ਰਾਵਤ ਜੀ ਨੇ ਇਹ ਬਿਆਨ ਦਿੱਤਾ ਸੀਗਾ ਕਿ ਵੀ ਸਾਡਾ ਲੀਡਰ ਆ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੈ, ਉਹਦੀ ਅਗਵਾਈ 'ਚ ਇਲੈਕਸ਼ਨ ਲੜੀਆਂ ਜਾਣਗੀਆਂ। ਅਸੀਂ ਉਸ ਗੱਲ ਨੂੰ ਮੰਨ ਕੇ ਅਸੀਂ ਉਹਨਾਂ ਦੇ ਨਾਲ ਪੂਰੇ ਡਟੇ ਰਹੇ। ਪਰ ਜਿਸ ਦਿਨ ਹਾਈ ਕਮਾਂਡ ਨੇ ਆਪਣਾ ਹੱਥ ਖਿੱਚ ਲਿਆ, ਅਸੀਂ ਫਿਰ ਹਾਈ ਕਮਾਂਡ ਦੇ ਹੁਕਮ ਦੀ ਵੇਟ ਕਰਨ ਲੱਗੇ ਤੇ ਹਾਈ ਕਮਾਂਡ ਨੇ ਜੋ ਸਾਨੂੰ ਹੁਕਮ ਕੀਤਾ ਸੀ ਉੱਤੇ ਫੁੱਲ ਚੜਾਏ। ਔਰ ਦੂਜੀ ਗੱਲ ਮੈਂ ਇਹ ਗੱਲ ਕਹੂੰਗਾ ਕਿ ਮੈਨੂੰ 22 ਅਪ੍ਰੈਲ ਜਾਂ 20 ਅਪ੍ਰੈਲ 21 ਅਪ੍ਰੈਲ 2018 ਨੂੰ ਮੈਨੂੰ ਵਜ਼ੀਰ ਬਣਾਇਆ ਗਿਆ ਸੀ ਤੇ ਉਦੋਂ ਮੈਨੂੰ 2 ਡਿਪਾਰਟਮੈਂਟ ਦੇ ਗਏ, ਐਨੀਮਲ ਹਸਬੈਂਡਰੀ ਤੇ ਲੇਬਰ ਡਿਪਾਰਟਮੈਂਟ ਮੇਰੇ ਕੋਲ ਸੀ। ਲੇਬਰ ਅੱਜ ਤੱਕ ਵੀ ਮੇਰੇ ਕੋਲ ਰਿਹਾ, ਐਨੂਅਲ ਹਸਬੈਂਡਰੀ ਮੇਰੇ ਕੋਲ 1 ਸਾਲ ਰਿਹਾ। ਔਰ ਜਦੋਂ ਮੈਂ ਉਹ ਡਿਪਾਰਟਮੈਂਟ ਸੰਭਾਲਿਆ ਸੀ ਤਾਂ ਉਦੋਂ ਉਸ ਡਿਪਾਰਟਮੈਂਟ ਦੇ ਵਿੱਚ ਮੈਂ ਦੇਖਿਆ ਕਿ ਮੈਂ ਕਿਸਾਨੀ ਨਾਲ ਜੁੜਿਆ ਹੋਇਆ, ਆਪ ਜ਼ਮੀਨ ਨਾਲ ਜੁੜਿਆ ਹੋਇਆ ਹੈਗਾ। ਮੈਂ ਬਹੁਤ ਇੱਕ ਸਿੰਪਲ ਪਰਿਵਾਰ 'ਚ ਉੱਠ ਕੇ ਇੱਥੇ ਪਹੁੰਚਿਆ। ਮੈਂ ਕੋਈ ਇਹ ਨਹੀਂ ਕਿ ਮੈਂ ਬਹੁਤ ਵੱਡਾ ਜਗੀਰਦਾਰ ਸੀ ਜਾਂ ਮੇਰਾ ਫਾਦਰ ਸੀ। ਤੇ ਉਹ ਤੋਂ ਮੈਂ ਮਿਹਨਤ ਕਰਕੇ ਗ੍ਰੈਜੂਏਸ਼ਨ ਕਰਕੇ ਮੈਂ ਇੱਥੇ ਚੰਡੀਗੜ੍ਹ ਆਇਆ ਤੇ ਮੈਂ ਇਹ ਕਹੂੰਗਾ ਕਿ ਮੇਰੇ ਪਰਿਵਾਰ ਦਾ ਫਰੀਡਮ ਫਾਈਟਰ, ਮੇਰਾ ਬ੍ਰਦਰ ਦਾ ਆਰਮੀ 'ਚ ਐਕਸੀਡੈਂਟ ਹੋਇਆ, ਸਪਾਈਨ ਟੁੱਟੀ, ਮੈਂ ਉਹਦੀ ਸੇਵਾ ਕਰਨ ਵਾਸਤੇ, ਉਹਨੂੰ ਸੰਭਾਲਣ ਵਾਸਤੇ ਆਇਆ ਸੀ। ਉਸ ਤੋਂ ਬਾਅਦ ਮੈਂ ਇੱਥੇ ਆਪਣਾ ਕਾਰੋਬਾਰ ਸਟੈਬਲਿਸ਼ ਕੀਤਾ। 1981 ਦੀ ਗੱਲ ਹੈ। ਮੈਂ ਉਹ ਪਿੰਡ ਗਿਆ, ਮੈਂ ਉਸ ਪੱਧਰ ਤੇ ਗਿਆ। ਮੈਂ ਫਾਜ਼ਿਲਕਾ ਮਲੋੜ ਜੋ ਜਾ ਕੇ ਦੇਖਿਆ ਤਾਂ ਇੱਕ ਮੈਂ ਮਦਨ ਮੋਹਨ ਸਾਡੇ ਡਾਇਰੈਕਟਰ ਸੀਗੇ ਫਿਸ਼ਰੀ ਦੇ ਜਿਹੜੇ ਕਿ ਆਈਸਰ 'ਚ ਉਹ ਲੈ ਕੇ ਆਏ ਸੀ, ਪਲੱਸ ਇੱਕ ਮੈਂ ਹਸਾਰ ਗਿਆ ਸੀ ਡਾਇਰੈਕਟਰ ਇੰਦਰ ਜਿਹੜਾ ਅੱਜ ਕੱਲ੍ਹ ਵਾਈਸ ਚਾਂਸਲਰ ਆਏ ਨੇ, ਉਹਨੂੰ ਮੈਂ ਲਿਆ ਕੇ ਡਾਇਰੈਕਟਰ ਲਾਇਆ ਸੀ ਆਪਣੇ ਇਨਵੈਸਟਮੈਂਟ 'ਚ। 2.5 ਹੈਕਟਰ ਦੇ ਵਿੱਚ ਸ਼ਰਿੰਪ ਜਿਹਨੂੰ ਝੀਂਗਾ ਫਿਸ਼ ਕਹਿੰਦੇ ਨੇ ਤੇ ਸਲਾਈਨ ਵਾਟਰ 'ਚ ਹੁੰਦੀ ਹੈ, ਜਿੱਥੇ ਲੂਣ ਵਾਲਾ ਪਾਣੀ ਹੁੰਦਾ ਹੈ, ਉਹ ਸਿਰਫ ਹੁੰਦੀ ਸੀ। ਅੱਜ ਉੱਥੇ 500-600 ਏਕੜ ਦੇ ਵਿੱਚ ਹੋ ਰਹੀ ਹੈ, ਜਿੱਥੇ ਕਿਸਾਨ 4 ਤੋਂ 5 ਲੱਖ ਰੁਪਈਆ ਵੀ ਇੱਕ ਏਕੜ 'ਚੋਂ ਕਮਾ ਰਿਹਾ। ਔਰ ਉਸ ਡਿਪਾਰਟਮੈਂਟ ਦਾ ਤੁਸੀਂ ਇਹ ਮੰਨੋਗੇ ਕਿ ਉਹਨਾਂ ਨੇ ਉਹ ਕਿਸਾਨਾਂ ਦੇ ਜਿੱਥੇ ਵਾਟਰ ਲੌਕਿੰਗ ਸੀ, ਜਿੱਥੇ ਬਹੁਤ ਜ਼ਿਆਦਾ ਸੇਮ ਸੀ ਜਾਂ ਪਾਣੀ ਕੱਲੇ ਵਾਲੀ ਜ਼ਮੀਨ ਸੀ ਤੇ ਕੁਛ ਨਹੀਂ ਸੀ ਹੁੰਦਾ, ਤੇ ਉਹਨਾਂ ਦੇ ਚਿਹਰਿਆਂ ਤੇ ਲਾਲੀ ਆ ਗਈ ਸੀ। ਔਰ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਇੰਚਾਰਜ ਡਿਸਟ੍ਰਿਕਟ ਫਾਜ਼ਿਲਕਾ ਦਾ ਲਾਇਆ ਗਿਆ ਸੀ ਸਭ ਵੱਲੋਂ। ਉੱਥੇ ਮੈਂ ਸ਼ਾਹੀਵਾਲ ਦੇਸੀ ਗਊਆਂ ਤੇ ਜਾਂ ਜਰਸੀ ਐਸਐਫ ਤੇ ਬਹੁਤ ਕੰਮ ਕੀਤਾ। ਔਰ ਉੱਥੇ ਮੈਂ ਇਹ ਕਹੂੰਗਾ ਕਿ ਵੀ ਮੈਨੂੰ ਪ੍ਰਮੋਸ਼ਨ ਦਿੱਤੀ ਗਈ ਤੇ ਮੈਨੂੰ ਆ ਕੇ 2019 'ਚ ਮੈਨੂੰ ਬਣਾਇਆ, ਹੈਲਥ ਦਾ ਮਹਿਕਮਾ ਦਿੱਤਾ। ਬੜਾ ਵੱਡਾ ਟਾਸਕ ਸੀ, ਸ਼ਾਇਦ ਮੇਰੇ ਉਹ ਬਸ ਤੋਂ ਬਾਹਰ ਦੀ ਗੱਲ ਸੀ ਕਿ ਉਹ ਸਾਰਾ ਬੜਾ ਪੜ੍ਹਿਆ ਲਿਖਿਆ ਮਹਿਕਮਾ, ਵੈਲ ਕੁਆਲੀਫਾਈਡ ਤੇ ਸਾਰਾ ਤਕਰੀਬਨ ਲੋਕਾਂ ਦੀ ਹੈਲਥ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਸੀ, ਜਿਹੜਾ ਸ਼ਾਇਦ ਮੇਰਾ ਵੱਡਾ ਕਾਦਰ ਜਿਹੜਾ ਮੈਨੂੰ ਸੀਐਮ ਸਾਹਿਬ ਨੇ ਉਸ ਵੇਲੇ ਰੁਤਬਾ ਦਿੱਤਾ। ਉਸ ਰੁਤਬੇ ਦਾ ਮੈਂ ਖਿਆਲ ਰੱਖ ਕੇ ਆਪਣਾ ਸਾਹਮਣੇ ਟਾਸਕ ਰੱਖ ਕੇ ਮੈਂ ਇਹਨੂੰ ਹਾਸਲ ਕਰਨਾ ਹੈ, ਮੈਂ ਲੋਕਾਂ ਦੀ ਸੇਵਾ ਕਰਨੀ ਹੈ। ਅੱਜ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਕਿ ਪੰਜਾਬ ਦੇ ਵਿੱਚ ਕਿੰਨਾ ਤਕਰੀਬਨ ਮੈਂ ਦੱਸਣਾ ਚਾਹੁੰਦਾ ਕਿ ਮੈਂ 5605 ਬੰਦੇ ਦਾ ਰੈਗੂਲਰ ਭਰਤੀ ਕੀਤੇ, ਜਿਹਦੇ ਵਿੱਚ 1041 ਮੈਡੀਕਲ ਅਫਸਰ ਜਨਰਲ ਤੇ 601 ਜਿਹੜਾ ਸਪੈਸ਼ਲਿਸਟ ਤੇ 34 ਡੈਂਟਲ ਸਰਜਨ ਤੇ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ 244 ਕਲਰਕ। ਇੱਦਾਂ ਹਾਲੇ 1500 ਦੀ ਜਿਹੜੀ ਸਾਡੀ ਵਾਰਡ ਅਟੈਂਡੈਂਟ ਦੀ ਆ ਉਹ ਪੈਂਡਿੰਗ ਹੈਗੀ ਆ, ਜਿਹੜਾ ਟੈਸਟ ਹੈਗਾ। ਤੇ ਉਸ ਤੋਂ ਬਾਅਦ ਇਸ ਤਕਰੀਬਨ 7000 ਬੰਦਾ ਰੈਗੂਲਰ ਤੇ ਉਸ ਤੋਂ ਬਾਅਦ 8000 ਬੰਦਾ ਮੈਂ ਕੰਟਰੈਕਟ ਤੇ NHM ਰਾਹੀਂ ਜਾਂ ਆਊਟਸੋਰਸ ਰਾਹੀਂ ਭਰਤੀ ਕੀਤਾ। ਔਰ
2960 ਹੈਲਥ ਵੈਲਨੈਸ ਸੈਂਟਰ ਖੋਲ੍ਹਣ ਦਾ ਸਾਡੀ ਸਰਕਾਰ ਦਾ ਟੀਚਾ ਸੀ, ਸਾਨੂੰ ਦਿੱਤਾ ਗਿਆ ਸੈਂਟਰ ਗੌਰਮੈਂਟ ਵੱਲੋਂ। ਮੈਂ ਪਹਿਲੇ ਸਾਲ 'ਚ ਹੀ ਤਕਰੀਬਨ 2700 ਤਿਆਰ ਕਰਤੇ, ਔਰ ਮੈਂ ਦੱਸਣਾ ਚਾਹੁੰਦਾ ਕਿ ਵੀ ਉਹਦੇ ਵਿੱਚ ਜਿਹੜਾ 2400 ਤਾਂ ਵਰਕਿੰਗ ਦੇ ਵਿੱਚ ਹੈਗੇ ਨੇ, ਆਪਰੇਸ਼ਨਲ ਹੈਗੇ ਨੇ, 300 ਅਸੀਂ ਹੁਣ ਬੱਚਾ ਭਰਤੀ ਕਰਨਾ ਸੀਗਾ ਤੇ 2700 ਤਿਆਰ ਹੋ ਜਾਣਾ ਸੀਗਾ। ਤੇ ਮੈਂ ਇਹ ਕਹੂੰਗਾ ਕਿ ਵੀ ਇਹ ਕੰਮ ਕੀਤਾ। ਉਦੋਂ ਬਾਅਦ ਸਭ ਤੋਂ ਵੱਡੀ ਅਸੀਂ ਟੈਲੀਮੈਡੀਸਨ ਸ਼ੁਰੂ ਕੀਤੀ, ਜਿਹਦੇ 1 ਕਰੋੜ 27 ਲੱਖ ਬੰਦਿਆਂ ਨੇ ਫਾਇਦਾ ਉਠਾਇਆ ਟੈਲੀਮੈਡੀਸਨ ਦਾ, ਤੇ ਜਿਹੜੇ ਉੱਥੇ ਓਪੀਡੀ ਦਾ, ਤੇ ਟੈਲੀਮੈਡੀਸਨ ਦੇ ਉੱਤੇ 84,00,000 ਬੰਦਿਆਂ ਨੇ ਫਾਇਦਾ ਲਿਆ ਸਿੱਧੇ ਤੌਰ ਤੇ। ਤੇ ਮੈਂ ਇਹ ਕਹੂੰਗਾ ਉਸ ਤੋਂ ਬਾਅਦ ਜਿਹੜੇ MCS ਸੀ, ਜੱਚਾ ਬੱਚਾ ਵਾਰਡ, ਜਿਹੜਾ ਆਪਾਂ ਬਾਅਦ 'ਚ ਮਾਈ ਦੌਲਤਾਂ ਨਾਲ ਦਿੱਤਾ ਸੀਗਾ, ਉਹ ਟੋਟਲ 43 ਬਣਾਉਣ ਦਾ ਸਾਡਾ ਸੀਗਾ। ਉਹਦੇ ਵਿੱਚੋਂ ਇਸ ਵੇਲੇ 29 ਆਪਰੇਸ਼ਨਲ ਨੇ, ਤੇ ਜਿਹੜੇ 7-8 ਨੇ ਉਹ ਬਣ ਕੇ ਤਿਆਰ ਹੋ ਗਏ ਨੇ, ਅਗਲੇ ਮਹੀਨੇ ਚੱਲ ਪੈਣਗੇ, ਤੇ 7 ਹੋਰ ਪਾਈਪਲਾਈਨ 'ਚ 43 ਯਾਨੀ ਮੈਂ 31 ਦਸੰਬਰ ਤੱਕ ਸਾਨੂੰ ਸਾਰੇ ਕਲੀਅਰ ਕਰਕੇ ਦੇ ਰਹੇ ਸੀ। ਔਰ ਮੈਂ ਇਹ ਕਹੂੰਗਾ ਉਦੋਂ ਵੱਡੀ ਗੱਲ ਕਿਹੜੀ ਸੀਗੀ ਕਿ ਜਦੋਂ ਕੁਦਰਤੀ ਆਫਤ ਕਰੋਨਾ ਆਇਆ, ਕਰੋਨਾ ਦੇ ਵਿੱਚ ਮੈਂ ਰਾਤ ਦਿਨ ਕਰਕੇ ਆਪਣੇ ਡਾਕਟਰਾਂ ਦਾ ਮੋਰਲ ਹਾਈ ਕੀਤਾ। ਜਦੋਂ ਪ੍ਰਾਈਵੇਟ ਹਸਪਤਾਲਾਂ ਨੇ ਆਪਣੇ ਕਲੀਨਿਕਾਂ ਬੰਦ ਕਰ ਲਈਆਂ ਸੀ, ਔਰ ਸਾਰੇ ਬੰਦੇ ਡਰਦੇ ਸੀ, ਮਾਂ ਪੁੱਤ ਨੂੰ ਪਾਣੀ ਦਾ ਗਲਾਸ ਨਹੀਂ ਸੀ ਫੜਾਉਂਦੀ, ਤੇ ਜਦੋਂ ਕਿਸੇ ਬੰਦੇ ਦੀ ਮੌਤ ਹੁੰਦੀ ਸੀ ਤਾਂ ਘਰ ਦੇ ਉਹਦੀ ਡੈੱਡ ਬੋਡੀ ਨਹੀਂ ਸੀ ਲੈਂਦੇ। ਤੁਸੀਂ ਇਹ ਦੇਖਿਆ ਹੋਣਾ ਕਿ ਕਈ ਜਗ੍ਹਾ ਤੇ ਮੈਂ ਉਹ ਕ੍ਰਿਮੀਸ਼ਨ ਦੇ ਵਿੱਚ ਵੀ ਜਾ ਕੇ ਸ਼ਾਮਲ ਹੋਇਆ। ਮੇਰਾ ਇੱਕ ਇੱਥੇ ਚਤਾਮਲੀ ਪਿੰਡ ਦਾ ਸਰਪੰਚ ਸੀ, ਉਹ ਹਾਲਾਂਕਿ ਚੁੰਕਾਸੋ ਦਾ ਪਿੰਡ ਹੈ, ਮੋਹਨ ਸਿੰਘ ਦਾ ਨਾਂ ਸੀ ਵਿਚਾਰੇ ਦਾ। ਉਹ ਸਭ ਤੋਂ ਪਹਿਲੀ ਮੌਤ ਹੋਈ ਸੀ ਰੋਪੜ ਜ਼ਿਲ੍ਹੇ ਦੇ ਵਿੱਚ, ਬੜਾ ਜੰਗ ਸੀਗਾ, 55 ਸਾਲ ਦਾ ਸੀ। ਉਸ ਤੋਂ ਬਾਅਦ ਕਈ ਡਾਕਟਰ, ਕਈ ਸਾਡੇ 30 ਦੇ ਤਕਰੀਬ ਆਪਣੇ ਮਹਿਕਮੇ ਦੇ ਬੰਦੇ ਗਵਾਏ। 1,43,90,000 ਬੰਦੇ ਦਾ ਅਸੀਂ ਸੈਂਪਲ ਲਏ, ਤੇ ਉਹ ਸੈਂਪਲ ਲੈ ਕੇ ਅਸੀਂ ਉਹਦੇ 6 ਲੱਖ ਕੁਛ ਹਜ਼ਾਰ ਬੰਦੇ ਜਿਹੜੇ ਪੋਜ਼ਿਟਿਵ ਸੀ, 5,84,000 ਕਮਰੇ ਘਰਾਂ ਤੋਂ ਤੋਰੇ, 16,000 ਦੀ ਮੌਤਾਂ ਹੋਈਆਂ। ਜਦੋਂ ਇਹ ਸਟਾਰਟ ਹੋਇਆ ਉਦੋਂ ਪੰਜਾਬ ਦੇ ਵਿੱਚ ਇੱਕ ਸਿੰਗਲ ਟੈਸਟ ਕਰਨ ਦੀ ਸਾਡੇ ਕੋਲ ਕਪੈਸਿਟੀ ਨਹੀਂ ਸੀ। ਇੱਕ ਵੀ ਸੈਂਪਲ ਦੇ ਪੁਣੇ ਦੇ ਅੱਜ 7 ਲੈਬਾਂ ਹੈਗੀਆਂ ਨੇ। ਅਸੀਂ 50,000 RT-PCR ਔਰ 50,000 ਟਰੂਨਰ ਦੇ ਆਪਣੇ ਜਿਹੜੀ ਆ ਰੈਪਿਡ ਐਂਟੀਜਨ ਦਾ ਟੈਸਟ ਹੈ, 1 ਲੱਖ ਪਰ ਡੇ ਅਸੀਂ ਕਰਨ ਸ਼ੁਰੂ ਕਰਤਾ। ਔਰ ਤਕਰੀਬਨ ਤੁਸੀਂ ਹੁਣ ਦੇਖਿਆ ਕਿ ਜਿਹੜੀ ਇਹ ਬਿਮਾਰੀ ਹੈ ਪੂਰੀ ਤਰ੍ਹਾਂ ਅਸੀਂ ਕੰਟਰੋਲ 'ਚ ਲੈ ਆਂਦੀ। ਔਰ ਇਹ ਬਿਮਾਰੀ ਤੇ ਕੰਟਰੋਲ ਕਰਨ 'ਚ ਜਦੋਂ ਦਿੱਲੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ, ਬਕਾਇਦਾ ਯੂਪੀ ਬਿਹਾਰ 'ਚ ਡੈੱਡ ਬੋਡੀਆਂ ਪਾਣੀ 'ਚ ਦਰਿਆ ਸੁੱਟੀਆਂ ਗਈਆਂ। ਅਸੀਂ ਇੱਕ ਵੀ ਡੈੱਡ ਬੋਡੀ ਰੋਲ ਨਹੀਂ ਦਿੱਤੀ, ਇੱਕ ਵੀ ਬੰਦਾ ਆਕਸੀਜਨ ਤੋਂ ਕਮੀ ਤੋਂ ਬਗੈਰ ਨਹੀਂ ਜਾਣ ਦਿੱਤਾ, ਮੈਡੀਸਨ ਜਾਣ ਦਿੱਤਾ, ਬੈੱਡ ਤੋਂ ਖਾਲੀ ਨਹੀਂ। ਈਵਨ 5500 ਬੰਦੇ ਬਾਹਰਲੀਆਂ ਸਟੇਟਾਂ, ਦਿੱਲੀ ਮੈਕਸਿਮਮ ਦਿੱਲੀ ਦੇ, ਹਰਿਆਣੇ ਦੇ, J&K ਹਿਮਾਚਲ ਦੇ ਵੀ ਅਸੀਂ ਟ੍ਰੀਟ ਕੀਤੇ ਪੰਜਾਬ ਦੇ ਵਿੱਚ। ਔਰ ਅਸੀਂ ਜਿਹੜੀ ਡੈੱਡ ਬੋਡੀ ਸੀ, ਸਾਡੇ ਕੋਲ 32 ਕੇਸ ਇਹੋ ਜਿਹੇ ਸੀ ਜਿਹੜੇ ਐਕਸੀਡੈਂਟ ਕੀਸ ਸੀ, ਪਰ ਅਸੀਂ ਉਹਨਾਂ ਟੈਸਟਿੰਗ ਦਾ ਕਰੋਨਾ ਪੋਜ਼ਿਟਿਵ ਸੀ। 3 ਬੰਦੇ ਜਿਹਨਾਂ ਪੋਇਜ਼ਨ ਲਈ ਸੀ ਜਾਂ ਡੀਜ਼ਲ ਪੀਤਾ ਸੀ, ਉਹ ਵੀ ਅਸੀਂ ਡਿਕਲੇਅਰ ਕੀਤੇ। ਪਰ ਅੱਜ ਯੂਪੀ ਬਿਹਾਰ 'ਚ ਅਨਡਿਕਲੇਅਰ ਡੈਥ ਬਹੁਤ ਨੇ, ਜਿਹੜੀਆਂ ਕਿ ਡੈਥ ਸਰਟੀਫਿਕੇਟ ਦੀ ਦਿੱਕਤ ਆ ਰਹੀ। ਪਰ ਮੈਂ ਇਹ ਗੱਲ ਦੱਸੂਗਾ, ਇਸ ਕੰਮ ਦੀ ਪ੍ਰਸ਼ੰਸਾ, ਮੇਰੇ ਕੰਮ ਦੀ ਪ੍ਰਸ਼ੰਸਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕੀਤੀ ਕਿ ਸਭ ਤੋਂ ਬਿਹਤਰ ਮਾਡਲ ਹੈ ਜੇ ਤਾਂ ਉਹ ਪੰਜਾਬ ਨੇ ਅਡਾਪਟ ਕੀਤਾ ਕਿ ਅੱਜ ਪੰਜਾਬ ਨੇ ਇਹਦੇ ਫਤਿਹ ਪਾਈ ਹੈ। ਔਰ ਦੂਜੀ ਗੱਲ, ਨੀਨਾ ਟਾਂਗੜੀ ਜਿਹੜੀ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਬਾਈ ਨੇ ਮੇਰਾ ਨਾਮ ਲੈ ਕੇ ਪ੍ਰੇਜ ਕੀਤੀ ਕਿ ਮੈਂ ਉੱਥੇ ਆਪ ਦੇਖਿਆ ਕਿ ਉੱਥੋਂ ਦਾ ਹੈਲਥ ਮਿਨਿਸਟਰ ਕਿੰਨਾ ਕੰਮ ਕਰਦਾ ਸੀ। ਮੈਂ ਕੱਲੇ ਪਿੰਡ, ਕੱਲੇ ਘਰ, ਕੱਲੇ ਹਸਪੀਟਲ ਵਿੱਚ ਜਾ ਕੇ ਜਾਂਦਾ ਰਿਹਾ। ਲੇਕਿਨ ਮੈਂ ਰਾਤ ਦਿਨ ਕਰਕੇ, ਮੈਂ ਜਿਸ ਦਿਨ ਇੱਕ ਦਿਨ ਰਾਹੁਲ ਗਾਂਧੀ ਦੀ ਆਪਣੀ ਰੈਲੀ ਸੀ ਸੰਗਰੂਰ ਦੇ ਵਿੱਚ, ਮੈਨੂੰ ਇੰਚਾਰਜ ਲਾਇਆ ਗਿਆ। ਜਦੋਂ ਰਾਹੁਲ ਗਾਂਧੀ ਕਿਸਾਨਾਂ ਵੇਲੇ ਆਏ ਸੀ ਤਾਂ ਮੈਂ ਉਦੋਂ ਉੱਥੇ ਜਾ ਕੇ ਰਿਹਾ। ਮੈਂ ਉਸ ਤੋਂ ਬਾਅਦ ਧੂਰੀ ਹਸਪੀਟਲ 'ਚ ਤੇ ਉਸ ਤੋਂ ਬਾਅਦ ਸੰਗਰੂਰ ਹਸਪੀਟਲ ਵਿੱਚ ਚਲਾ ਗਿਆ। ਸ਼ਾਮ ਤੱਕ ਮੈਨੂੰ ਥੋੜੇ ਸਿੰਪਟਮ ਆਉਣੇ ਸ਼ੁਰੂ ਹੋ ਗਏ ਸੀ। ਮੈਂ ਆਪਣੀ ਮਦਰ ਨੂੰ ਮਿਲਣ ਚਲਾ ਗਿਆ। ਮਦਰ ਮੇਰੀ ਬੈੱਡ ਰਿਡਨ ਹੈਗੀ ਆ, ਉਹਨੇ ਮੈਨੂੰ ਜੱਫੀ ਪਾ ਲਈ। ਪਰ ਮੈਂ ਉੱਥੋਂ ਆ ਕੇ ਮੈਂ ਵੀ ਪੋਜ਼ਿਟਿਵ, ਉਸ ਤੋਂ ਬਾਅਦ ਮੇਰੀ ਮਦਰ ਵੀ ਪੋਜ਼ਿਟਿਵ ਹੋ ਗਈ, ਜਿਹੜੀ ਕਿ 90 ਸਾਲ ਦੀ ਉਮਰ ਸੀ। ਤੇ ਮੈਂ ਇੱਥੋਂ ਆ ਕੇ ਜਦੋਂ ਦੂਏ ਦਿਨ ਮੈਂ ਹਸਪੀਟਲ ਦੇ ਵਿੱਚ 30 ਦਿਨ ਮੈਂ ਦਾਖਲ ਹੋਇਆ, ਤਾਂ 8 ਦਿਨ ਮੈਂ ਵੀ ਹਸਪੀਟਲ ਦਾਖਲ ਰਿਹਾ। ਮੇਰਾ ਬੇਟਾ ਵੀ ਪੋਜ਼ਿਟਿਵ ਹੋਇਆ, ਮੇਰੀ ਡਾਟਰ ਲਾ ਵੀ ਪੋਜ਼ਿਟਿਵ ਹੋਈ, ਮੇਰਾ ਪੂਰਾ ਪਰਿਵਾਰ, ਮੇਰਾ ਬ੍ਰਦਰ ਵੀ ਪਿੰਡ ਪੋਜ਼ਿਟਿਵ ਹੋਇਆ, ਮੇਰੀ ਭਤੀਜੀ ਵੀ ਹੋਈ, ਤੇ ਮੈਂ ਇਹ ਕਹੂੰ ਮੇਰੀ ਭਰਜਾਈ ਵੀ ਹੋਈ। ਤੇ ਮੈਂ ਇਹ ਕਹੂੰਗਾ ਵੀ ਸਾਡੇ ਪੂਰੇ ਪਰਿਵਾਰ ਨੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਕੰਮ ਕੀਤਾ। ਪਰ ਮੈਂ ਅੱਜ ਇੱਕੋ ਗੱਲ ਪੁੱਛਣੀ ਚਾਹੁੰਦਾ, ਮੈਨੂੰ ਜਿਹੜੇ ਸਾਡੇ ਅੱਜ ਭਰਾ ਮੰਤਰੀ ਬਣ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ। ਉਹ ਸਾਰੇ ਵਧਾਈ ਦੇ ਪਾਤਰ ਨੇ, ਕਿਉਂ ਹਰ ਬੰਦਾ ਜਦੋਂ MLA ਬਣਦਾ ਉਹਦਾ ਇੱਕ ਟਾਸਕ ਹੁੰਦਾ ਹੈ ਕਿ ਜੀ ਮੈਂ
ਮੰਤਰੀ ਬਣੇ ਤੇ ਉਹਦੇ ਇਲਾਕੇ ਦੇ ਲੋਕਾਂ ਦੇ ਵੀ ਇਹੀ ਆਸ ਹੁੰਦੀ ਸਾਡਾ ਬੰਦਾ ਮੰਤਰੀ ਬਣੇ ਤਾਂ ਕੰਮ ਕਰੂਗਾ। ਤੇ ਉਹ ਜਿਹੜੀ ਚੀਜ਼ ਹੁੰਦੀ ਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਤੇ ਸਾਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ। ਸਾਨੂੰ ਸੀਐਮ ਸਾਹਿਬ ਚੰਨੀ ਸਾਹਿਬ ਨਾਲ ਕੋਈ ਇਤਰਾਜ਼ ਨਹੀਂ। ਮੈਂ ਸਿਰਫ ਆਪਣੀ ਹਾਈ ਕਮਾਂਡ ਮਾਂ ਵਰਗਾ ਰੋਲ ਪਲੇ ਕਰਦੀ ਹੈ। ਇਹ ਪੁੱਛਣਾ ਚਾਹੁੰਦੇ ਆ ਵੀ ਮੇਰਾ ਕੀ ਕਸੂਰ ਸੀ ਕਿ ਜਿਹੜਾ ਮੈਨੂੰ ਇਸ ਮਿਨਿਸਟਰ ਤੋਂ ਬਾਹਰ ਕੀਤਾ ਹੈ। ਆ ਮੇਰਾ ਕੁਐਸਚਨ ਹੈ। ਜੇ ਕੋਈ ਹੈ ਜਿਹੜਾ ਕਿਉਂ ਹੈ ਤਾਂ ਉਹ ਮੈਨੂੰ ਦੱਸ ਦਿੱਤਾ ਜਾਵੇ। ਥੈਂਕ ਯੂ। Subscribe now and press the bell icon. Never miss an update.